ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ 'ਚ ਇੱਕ ਵਾਰੀ ਫੇਰ ਤੋਂ ਸਵਾਗਤ। ਦੋਸਤੋ, ਅਸੀਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਸੀ, ਅਸੀਂ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ। ਮੁੱਦੇ ਦੋ ਤਿੰਨ ਨੇ। ਇੱਕ ਮੁੱਦਾ ਤਾਂ ਇਹ ਹੈ ਕਿ ਵਿੰਟਰ ਅੱਗੇ ਆ ਰਹੀ ਹੈ, ਇਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਲੂ ਦੇ ਬਹੁਤ ਸਾਰੇ ਕੇਸ ਜ਼ਿਆਦਾ ਹੋਣਗੇ। ਫਲੂ ਦੇ ਕੇਸ ਕਿੰਨੇ ਕੁ ਜ਼ਿਆਦਾ ਹੋਣਗੇ, ਕੋਵਿਡ ਦਾ ਇਹਦੇ ਨਾਲ ਕੀ ਸੰਬੰਧ ਹੋਊਗਾ, ਤੇ ਇੱਕ ਖਾਸ ਅਪਡੇਟ, ਕੋਵਿਡ ਦੀ ਕੋਈ ਦਵਾਈ ਕਹਿੰਦੇ ਬਣ ਗਈ ਹੈ, ਵੈਕਸੀਨ ਤਾਂ ਪਹਿਲਾਂ ਬਣ ਗਈ ਸੀ, ਇੱਕ ਕੋਈ ਟੈਬਲੇਟ ਬਣੀ ਹੈ, ਉਹਦੇ ਬਾਰੇ ਬਹੁਤ ਚਰਚਾ ਚੱਲ ਰਹੀ ਹੈ। ਉਹਦੇ ਬਾਰੇ ਆਪਾਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਕੋਲੋਂ ਜਾਣਕਾਰੀ ਲੈਣੀ ਹੈ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਸਕਰਨ ਜੀ, ਤੁਹਾਨੂੰ ਵੀ ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਦੱਸਿਓ, ਇੱਕ ਕੋਈ ਟੈਬਲੇਟ ਆਈ ਆ, ਗੋਲੀ ਆਈ ਆ ਕੋਵਿਡ-19 ਦੀ, ਇਹ ਕੀ ਹੈ ਜੀ? ਹਾਂਜੀ, ਦੇਖੋ, ਅਸੀਂ ਕਹਿ ਰਹੇ ਸੀ ਵੀ ਕੋਵਿਡ ਵਾਇਰਸ ਅਗੇਂਸਟ ਕੋਈ ਸਾਡੇ ਕੋਲ ਠੋਸ ਦਵਾਈ ਨਹੀਂ ਹੈਗੀ। ਔਰ ਹਸਪੀਟਲ 'ਚ ਜਦੋਂ ਕੋਵਿਡ ਦੇ ਲੋਕੀ ਜ਼ਿਆਦਾ ਸਿੱਕ ਹੁੰਦੇ ਆ ਤੇ ਅਸੀਂ ਇਨਵੈਸਟੀਗੇਸ਼ਨਲ ਦਵਾਈ ਹੈਗੀ ਰੈਮਡੈਸਿਵਿਰ, ਉਹ ਇੰਟਰਾਵੀਨਸ ਜਿਹਦੇ ਖੂਨ ਦੀ ਨਸ 'ਚ ਲਾ ਕੇ ਦੇਈਦੀ ਆ। ਮਹਿੰਗੀ ਬਹੁਤ ਆ, $3,500 ਦਾ ਕੋਰਸ ਪੈਂਦਾ ਕੁਝ ਦਿਨਾਂ ਵਾਸਤੇ ਹੀ। ਜਦੋਂ ਦੇਈਦੀ ਆ ਵੀ ਕਿਸੇ ਦੀ ਜਾਨ ਬਚਾਉਣੀ ਹੋਵੇ, ਇੱਕ ਕੋਸ਼ਿਸ਼ ਹੁੰਦੀ ਹੈ ਵੀ ਐਂਟੀਵਾਇਰਲ ਅਸੀਂ ਯੂਜ਼ ਕਰੀਏ। ਸੋ ਮਰਕ MERCK ਜਿਹੜੀ ਇੱਕ ਬਹੁਤ ਵੱਡੀ ਡਰੱਗ ਕੰਪਨੀ ਹੈ, ਪਿਛਲੇ 130 ਵਰ੍ਹਿਆਂ ਤੋਂ ਵੱਖ-ਵੱਖ ਉਹਨਾਂ ਨੇ ਦਵਾਈਆਂ ਬਣਾਈਆਂ। ਉਹ ਬਕਾਇਦਾ ਰਿਸਰਚ ਕਰ ਰਹੇ ਸੀ ਵੀ ਕੋਈ ਮੂਹਰਾ ਆਪਾਂ ਕੋਈ ਕੈਪਸੂਲ ਜਾਂ ਗੋਲੀ ਬਣਾਈਏ ਜਿਹਦੇ ਨਾਲ ਆਪਾਂ ਘਰੇ ਬੈਠੇ ਇਲਾਜ ਕਰੀਏ। ਸੋ ਉਹਨਾਂ ਦੀ ਜਿਹੜੀ ਫੇਜ਼ 3 ਟਰਾਇਲ ਮੁਕੰਮਲ ਹੋ ਗਈ ਆ। ਕੁਝ ਦਿਨ ਪਹਿਲਾਂ ਉਹਨਾਂ ਨੇ ਸਟੱਡੀ ਪਬਲਿਸ਼ ਕੀਤੀ ਸੀ ਜਿਹੜੀ ਬਹੁਤ ਅੱਛੀ ਆਈ ਆ। ਉਹਨਾਂ ਨੇ ਦੋ ਗਰੁੱਪ ਲਿੱਤੇ ਸੀ। ਇੱਕ ਗਰੁੱਪ ਦੇ ਵਿੱਚ ਜਿੱਥੇ ਮਿੱਠੀਆਂ ਗੋਲੀਆਂ ਦਿੱਤੀਆਂ, ਦੂਜੇ ਗਰੁੱਪ 'ਚ ਆ ਜਿਹੜੀ ਦਵਾਈ ਦਿੱਤੀ ਸੀ। ਉਹਦਾ ਜਿਹੜਾ ਸਾਲਟ ਹੈਗਾ ਉਹ ਹੈਗਾ ਮੋਲਨੀਪਰੂਵਾ। ਮਤਲਬ ਆਪਾਂ ਨੂੰ ਕੋਈ ਜ਼ਿਆਦਾ ਰਿਮੈਂਬਰ ਕਰਨ ਦੀ ਲੋੜ ਨਹੀਂ ਹੈਗੀ, ਐਂਟੀਵਾਇਰਲ ਇੱਕ ਦਵਾਈ ਦਾ ਨਾਂ ਹੈਗਾ। ਸੋ ਜਿਹੜੇ ਗਰੁੱਪ 'ਚ ਉਹਨਾਂ ਨੇ ਇਹ ਦਵਾਈ ਦਿੱਤੀ ਸੀ, ਕਰੀਬਨ 385 ਵਿਅਕਤੀ ਸੀ ਜਿਨ੍ਹਾਂ ਨੂੰ ਫਿਰ ਕੋਵਿਡ ਵਾਇਰਸ ਐਕਸਪੋਜਰ ਹੋਇਆ, ਤੇ ਉਹਦੇ ਵਿੱਚ ਸਿਰਫ 28 ਨੂੰ ਜਿਹੜੇ ਹੈਗੇ ਲੱਛਣ ਆਏ। ਸੋ 50% ਜਿਹੜਾ ਹੈਗਾ ਬੈਨੀਫਿਟ ਦੇਖਿਆ। ਜਿਹੜਾ ਦੂਜਾ ਗਰੁੱਪ ਸੀ ਉਹਦੇ ਵਿੱਚ 58 ਲੋਕਾਂ ਨੂੰ ਜਿਹੜਾ ਹੈਗਾ ਕੋਵਿਡ ਜਿਹੜਾ ਹੈਗਾ ਪੋਜ਼ਿਟਿਵ ਹੋਇਆ ਸੀ। ਸੋ ਮਾਈਲਡ ਔਰ ਮੋਡਰੇਟ ਵਾਸਤੇ ਇਹ ਉੱਕਾ ਪੁੱਕਾ 50% ਇਹ ਤੁਹਾਡੇ ਕੋਵਿਡ ਨੂੰ ਜਿਹੜੇ ਹੈਗੇ ਸਿੰਪਟਮਸ ਉਹਨੂੰ ਘਟਾਉਂਦੀ ਹੈ। ਹਸਪੀਟਲਾਈਜੇਸ਼ਨ ਜਾਣ ਦੀ ਲੋੜ ਨਹੀਂ ਪੈਂਦੀ ਔਰ ਮੌਤ ਦੀ ਦਰ ਵੀ 50% ਘਟਾਉਂਦੀ ਆ। ਦੇਖੋ, ਹਾਲਾਂਕਿ 50% ਹੈ ਲੇਕਿਨ ਫਿਰ ਵੀ ਬਹੁਤ ਵੱਡਾ ਨੰਬਰ ਜੋ। ਦੂਜੀ ਗੱਲ ਜਿਹੜੀ ਸਾਹਮਣੇ ਆਈ ਸੀ ਵੀ ਜਿਹੜੇ ਗਰੁੱਪ 'ਚ ਦਵਾਈ ਦਿੱਤੀ ਗਈ ਉਸ ਗਰੁੱਪ 'ਚ ਕੋਈ ਮੌਤ ਨਹੀਂ ਹੋਈ, ਤੇ ਦੂਜੇ ਗਰੁੱਪ 'ਚ ਜਿੱਥੇ ਮਿੱਠੀਆਂ ਗੋਲੀਆਂ ਸੀ ਕਰੀਬਨ 8 ਮੌਤਾਂ ਵੀ ਹੋਈਆਂ। ਸੋ ਦੋ ਚੀਜ਼ਾਂ ਆਈਆਂ ਵੀ 50% ਤਾਂ ਇਹ ਕੋਵਿਡ ਦਾ ਵਿਨਾਸ਼ ਕਰਦੀ ਹੈ। ਤੁਹਾਨੂੰ ਅਗਰ ਹੋਇਆ ਤੇ ਤੁਹਾਡੀ ਬੋਡੀ ਉਹਨੂੰ ਕਿਲ ਕਰਨ 'ਚ ਸਮਰੱਥ ਹੈ ਦਵਾਈ ਦੀ ਹੈਲਪ ਦੇ ਨਾਲ, ਸਿਰਫ 50%। ਔਰ ਡੈਥ ਜਿਹੜਾ ਉਹ ਵੀ 50% ਘਟਦਾ। ਹੁਣ ਇਹ ਗੋਲੀ ਜਿਹੜੀ ਹੈਗੀ ਆ ਦਿਨ 'ਚ 2 ਵਾਰੀ ਲੈਣੀ ਪੈਣੀ ਹੈ ਕੈਪਸੂਲ ਦੇ ਰੂਪ 'ਚ। 5 ਦਿਨ ਦਾ ਕੋਰਸ ਆ। ਅਮਰੀਕਾ ਕੈਨੇਡਾ 'ਚ ਦੀ ਕਾਸਟ ਅਰਾਊਂਡ $700 ਦੱਸੀ ਜਾ ਰਹੀ ਆ, ਹਾਲਾਂਕਿ ਪੂਰੀ ਤਰ੍ਹਾਂ ਫਿਕਸ ਨਹੀਂ ਹੋਈ। ਹਿੰਦੁਸਤਾਨ ਦੇ ਜਦ ਉੱਥੇ ਉਹਨਾਂ ਦੇ ਜਿਹੜੇ ਮਰਕ ਦੇ ਜਿਹੜੇ ਹੋਰ ਸਿਸਟਰ ਕੰਪਨੀ ਜਿਹੜੀਆਂ ਬਣਾਉਂਦੀਆਂ, ਉਹ ਇਹਨੂੰ ਸਬਸਿਡਾਈਜ਼ ਰੇਟ 'ਚ ਵੇਚਣਗੇ, ਬਹੁਤ ਘੱਟ ਰੇਟ 'ਚ, ਤਾਂ ਕਿ ਅਫੋਰਡੇਬਿਲਿਟੀ ਹੋਏ। ਇਹਦੀ ਮੇਨ ਬੈਨੀਫਿਟ ਜਸਕਰਨ ਜੀ ਇਹ ਆ ਵੀ ਅਮਰੀਕਾ 'ਚ ਵੀ ਕਰੀਬਨ 60 ਮਿਲੀਅਨ ਲੋਕ ਆ ਜਿਨ੍ਹਾਂ ਨੇ ਟੀਕਾ ਨਹੀਂ ਲਵਾਇਆ ਕੋਵਿਡ ਦਾ, ਔਰ ਕੈਨੇਡਾ ਦੇ ਵਿੱਚ ਵੀ ਕਰੀਬਨ 12-13% ਲੋਕ ਹੈ ਜਿਨ੍ਹਾਂ ਨੇ ਟੀਕਾ ਨਹੀਂ ਲਾਇਆ। ਅਸੀਂ 87% 'ਚ ਜਾ ਕੇ ਵੈਕਸੀਨੇਸ਼ਨ ਸਾਡੀ ਰੁਕ ਗਈ ਹੈ। ਵੈਕਸੀਨੇਸ਼ਨ ਸਾਨੂੰ ਪ੍ਰੀਵੈਂਟ ਕਰਦਾ ਕੋਵਿਡ ਹੋਣ ਤੋਂ। ਆਹ ਦਵਾਈ ਆ, ਅਗਰ ਕਿਸੇ ਨੂੰ ਕੋਵਿਡ ਹੋ ਗਿਆ, ਪੋਜ਼ਿਟਿਵ ਆਇਆ, ਤੇ ਉਹਨੂੰ ਫਿਰ ਹਸਪੀਟਲਾਈਜੇਸ਼ਨ ਔਰ ਡੈਥ ਤੋਂ ਪ੍ਰੀਵੈਂਟ ਕਰਦਾ 50%, ਔਰ ਘਰੇ ਬਹਿ ਕੇ ਉਹਦਾ ਇਲਾਜ ਹੋ ਸਕਦਾ। ਅਗਰ ਕੋਈ ਵਿਅਕਤੀ ਕੋਵਿਡ ਦਾ ਅਗਰ ਕੈਨੇਡਾ ਦੇ ਹਸਪੀਟਲ ਦਾਖਲ ਹੋ ਜਾਏ ਆਰਡੀਨਰੀ ਬੈੱਡ 'ਚ, ਆਈਸੀਯੂ 'ਚ ਨਹੀਂ ਆਰਡੀਨਰੀ, ਤੇ $23,000 ਫਿਰ ਵੀ ਉਹਦਾ ਖਰਚਾ ਆਉਂਦਾ ਹਫ਼ਤਾ 10 ਦਿਨ ਦਾ। ਅਗਰ ਉਹ ਆਈਸੀਯੂ ਚਲਾ ਜਾਂਦਾ ਤੇ 50,000 ਤੋਂ ਜ਼ਿਆਦਾ ਖਰਚਾ ਆਉਂਦਾ। ਸੋ ਇੱਕ ਤਾਂ ਕਾਸਟ ਸੇਵਿੰਗ ਆ, ਘਰ ਬੈਠ ਕੇ ਆਈਵੀ ਨਹੀਂ ਲਾਉਣੀ ਪੈਣੀ, 50% ਤੁਹਾਡਾ ਬੈਨੀਫਿਟ ਆ। ਲੇਕਿਨ ਇਹਦੀ ਇੱਕ ਆ ਵੀ ਜਿਹੜੇ 50% ਜਿਨ੍ਹਾਂ ਨੂੰ ਫਾਇਦਾ ਨਹੀਂ ਹੋਇਆ ਉਹਨਾਂ ਦੀ ਫੋਲੋਅਪ ਕਿੱਦਾਂ ਹੋਏਗੀ, ਇੱਕ ਕੁਐਸਚਨ ਹੈ। ਹੋ ਸਕਦਾ ਸਾਨੂੰ ਹੈਲਥ ਕੇਅਰ ਵਾਲਿਆਂ ਨੂੰ ਮੋਰ ਵਿਜੀਲੈਂਟ ਰਹਿਣਾ ਪੈਣਾ, ਉਹਨਾਂ ਦੀ ਮੋਨੀਟਰਿੰਗ ਜ਼ਿਆਦਾ ਕਰਨੀ ਪੈਣੀ ਆ, ਔਰ ਜਿਨ੍ਹਾਂ ਦੇ ਉੱਤੇ ਅਸਰ ਨਹੀਂ ਹੁੰਦਾ ਅਫਕੋਰਸ ਉਹਨਾਂ ਨੂੰ ਫਿਰ ਹਸਪੀਟਲ ਵੀ ਲੈ ਕੇ ਆਉਣਾ ਪੈਣਾ, ਜਿਹੜੇ ਰੈਸਟ ਆਫ ਦਾ 50% ਹੈ ਜਿਹਦੇ ਉੱਤੇ ਦਵਾਈ ਅਸਰ ਨਹੀਂ ਕਰਦੀ। ਲੇਕਿਨ ਇਹ ਬ੍ਰੇਕ ਥਰੂ ਸਟੋਰੀ ਹੈਗੀ ਆ, ਕਿਉਂਕਿ ਪਹਿਲੀ ਓਰਲ ਐਂਟੀਵਾਇਰਲ ਕੋਵਿਡ ਵਾਸਤੇ ਮਰਕ ਨੇ ਬਣਾਈ ਆ। ਫਾਈਜ਼ਰ
ਤੇ ਹੋਰ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਵੀ ਡਿਵੈਲਪ ਕਰ ਰਹੀਆਂ ਤਾਂ ਕਿ ਉਹ ਵੀ ਬਣਾਉਣ। ਆਉਣ ਵਾਲੇ ਟਾਈਮ ਤੇ ਉਹਨਾਂ ਦੀ ਰਿਸਰਚ ਸਾਹਮਣੇ ਆਊਗੀ। ਬਹੁਤ ਵੱਡੀ ਮਾਤਰਾ 'ਚ ਹਿੰਦੁਸਤਾਨ, ਚਾਈਨਾ 'ਚ ਮੇਰੇ ਖਿਆਲ ਨਾਲ ਇਹ ਟਾਰਗੇਟ ਆਡੀਅנס ਹੋਏਗੀ ਜਿਹਦੇ ਵਿੱਚ ਇਹ ਯੂਜ਼ ਕੀਤੀ ਜਾਏਗੀ, ਕਿਉਂਕਿ ਪਿੰਡਾਂ ਦੇ ਵਿੱਚ ਹੋਰ ਜਗ੍ਹਾ 'ਚ ਜਿੱਥੇ ਹੈਲਥ ਕੇਅਰ ਰਿਸੋਰਸਿਸ ਬਹੁਤ ਘੱਟ ਆ, ਆਈਵੀ ਲੋਨ ਦੀ ਸਮਰੱਥਾ ਨਹੀਂ ਹੈ, ਤੇ ਓਰਲ ਮੈਡੀਕੇਸ਼ਨ ਜਿਹੜੀ ਹੈਗੀ ਆ ਕਾਰਗਰ ਸਾਬਿਤ ਹੋ ਸਕਦੀ ਹੈ। ਡਾਕਟਰ ਸਾਹਿਬ, ਇਹ ਵਾਇਰਸ ਦੇ ਉੱਤੇ ਅਸਰ ਕਰਦੀ ਹੁੰਦੀ ਹੈ ਦਵਾਈ, ਜਾਂ ਜਿਹੜੇ ਫਲੂ ਵਗੈਰਾ ਆ ਆਮ ਤੌਰ ਤੇ ਅਸੀਂ ਸੁਣਦੇ ਹਾਂ ਵੀ ਉਹਦਾ ਇਲਾਜ ਕੋਈ ਨਹੀਂ ਹੁੰਦਾ, ਐਂਟੀਬਾਇਓਟਿਕ ਹੋਰ ਚੀਜ਼ ਹੁੰਦੀ ਹੈ, ਇਹ ਹੋਰ ਚੀਜ਼ ਆ ਜੀ? ਹਾਂਜੀ, ਇਹ ਐਂਟੀਵਾਇਰਲ ਹੈਗੀ ਆ। ਇਹਨੂੰ ਕਹਿੰਦੇ ਮਿਊਟਾਜੈਨਿਕ, MUTEGENS। ਜਿੱਦਾਂ ਹੁਣ ਕੋਵਿਡ ਹੈਗਾ ਉਹ RNA ਵਾਇਰਸ ਆ, ਉਹ ਸਾਡੇ ਸੈੱਲ ਦੇ ਜਾ ਕੇ ਆਪਣੀ ਕਾਪੀਜ਼ ਬਣਾਈ ਜਾਂਦਾ ਤਾਂ ਕਿ ਵਾਇਰਸ 1 ਤੋਂ 2, 2 ਤੋਂ 4, 4 ਤੋਂ 16 ਉਸ ਤੋਂ ਗਾਂ ਵੱਧਦਾ ਜਾਏ। ਇਹ ਦਵਾਈ ਹੈ ਨਾ, ਉਹਦੇ ਜਿਹੜਾ ਜੈਨੇਟਿਕ ਸਟਰਕਚਰ ਹੈ ਉਹਦੇ ਵਿੱਚ ਭਸੂੜੀ ਪਾ ਦਿੰਦੀ ਹੈ ਤਾਂ ਕਿ ਉਹ ਰੈਪਲੀਕੇਸ਼ਨ ਕਰ ਨਹੀਂ ਸਕਦਾ, ਵਾਇਰਸ ਆਪਣੇ ਆਪ ਨੂੰ ਡਿਵਾਈਡ ਨਹੀਂ ਕਰ ਸਕਦਾ, ਲੇਕਿਨ 100% ਨਹੀਂ ਕਰਦੀ, 50% ਕਰਦੀ ਹੈ, ਤਾਂ ਵੀ ਇਨਫ ਹੈ ਕਿਉਂਕਿ ਉਹਦਾ ਵਾਇਰਲ ਰੋਡ ਜਿਹੜਾ ਘਟ ਜਾਂਦਾ। ਸੋ ਫਿਲਾਸਫੀ ਇਹ ਆ ਵੀ ਬਹੁਤ ਅਰਲੀ ਸਟੇਜ 'ਚ ਹੀ ਉਹਨੂੰ ਹਿੱਟ ਹਾਰਡ ਕੀਤਾ ਜਾਏ ਤਾਂ ਕਿ ਵਾਇਰਸ ਜਿਹੜਾ ਹੈਗਾ ਉਹਦਾ ਲੋਡ ਨਾ ਵਧੇ, ਤਾਂ ਕਿ ਉਹ ਵਿਅਕਤੀ ਜਿਹੜਾ ਹੈਗਾ ਉਹਦੇ ਸਿੰਪਟਮਸ ਘਟ ਜਾਣ, ਉਹਨੂੰ ਹਸਪੀਟਲਾਈਜੇਸ਼ਨ ਦੀ ਲੋੜ ਨਾ ਪਵੇ। ਫਲੂ ਵਾਸਤੇ ਵੀ ਐਂਟੀਵਾਇਰਲ ਹੈਗੀ ਆ, ਤੁਸੀਂ ਅਕਸਰ ਨਾਮ ਸੁਣਿਆ ਹੈ, ਅਸੀਂ ਕੈਨੇਡਾ 'ਚ ਵੀ ਯੂਜ਼ ਕਰਦੇ ਹਾਂ, ਉਹਦਾ ਨਾਮ ਹੈਗਾ ਟੈਮੀ ਫਲੂ, TAMIFLU ਹੈ, ਔਰ ਹੈਲਥ ਕੈਨੇਡਾ ਉਹਨੂੰ ਫ੍ਰੀ ਦਿੰਦੀ ਹੈ, ਬੜੀ ਮਹਿੰਗੀ ਦਵਾਈ ਆ, ਲੇਕਿਨ ਬੜੇ ਸਿਲੈਕਟਿਵ ਗਰੁੱਪ 'ਚ ਜਿਹਦੇ ਵਿੱਚ ਇਨਫਲੂਐਂਜ਼ਾ ਜਿਹੜਾ ਹੈਗਾ ਵਾਇਰਸ ਡਾਕੂਮੈਂਟ ਹੋਇਆ, ਉਹਨਾਂ ਦੇ ਰਿਸਕ ਫੈਕਟਰ ਹੈਗੇ, ਤਾਂ ਆਮ ਆਰਡੀਨਰੀ ਆਦਮੀ ਨੂੰ ਜਿਹੜਾ ਰੈਗੂਲਰ ਫਲੂ ਤੰਗ ਨਹੀਂ ਕਰਦਾ, ਸੋ ਇਸ ਲਈ ਟੈਮੀ ਫਲੂ ਸਾਰਿਆਂ 'ਚ ਯੂਜ਼ ਨਹੀਂ ਕਰਦੇ। ਸੋ ਹੁਣ ਨਵਾਂ ਜ਼ਮਾਨਾ, ਐਂਟੀਬਾਇਓਟਿਕ ਤੇ ਸਿਰਫ ਬੈਕਟੀਰੀਆ 'ਚ ਕੰਮ ਕਰਦੇ ਆ। ਬੈਕਟੀਰੀਆ ਦਾ ਨਾ ਇੱਕ ਸੈੱਲ ਵਾਲ ਹੁੰਦਾ, ਜਿੱਦਾਂ ਅੰਗੂਰ ਦਾ ਦਾਣਾ, ਉਹ 'ਚ ਆਪਾਂ ਮੋਰੀਆ ਕਰੀਏ ਤੇ ਫਿਸ ਜਾਊਗਾ, ਪਾਣੀ ਲੀਕ ਹੋ ਜਾਊਗਾ, ਉੱਦਾਂ ਐਂਟੀਬਾਇਓਟਿਕ ਕੰਮ ਕਰਦੇ ਆ। ਵਾਇਰਸ ਇੱਕ ਧਾਗਾ, ਲੇਕਿਨ ਇਹਦਾ ਜਿਹੜਾ ਅੰਦਰਲਾ DNA ਸਟਰਕਚਰ ਹੈ ਉਹਦੇ ਵਿੱਚ ਇਹ ਜਿਹੜੀ ਦਵਾਈ ਆ, ਉਹਨਾਂ ਦੀ ਰੈਪਲੀਕੇਸ਼ਨ ਦੀ ਜਿਹੜੀ ਸੀਕੁਐਂਸ ਆ ਉਹਨੂੰ ਖਰਾਬ ਕਰ ਦਿੰਦੀ ਆ। ਵਾਇਰਸ ਨੂੰ ਸਮਝ ਨਹੀਂ ਆਉਂਦਾ ਵੀ ਮੈਂ ਪੂਰੀ ਤਰ੍ਹਾਂ ਰੈਪਲੀਕੇਟ ਕਰ ਪਾਊਂਗਾ ਕਿ ਨਹੀਂ ਕਰ ਪਾਊਂਗਾ। ਸੋ ਇਹ ਇੱਕ ਨਵੀਕਲੀ ਹੈਗੀ ਆ, ਕਿਉਂਕਿ ਬਾਇਓਟੈਕ ਜਿਹੜੀ ਕੰਪਨੀਆਂ ਬੜੀਆਂ ਐਡਵਾਂਸ ਹੋ ਗਈਆਂ, ਔਰ ਉਹਦੇ ਸਦਕਾ ਹੀ ਇਹ ਨਵੀਆਂ ਕਾਰਡ ਤੇ ਦਵਾਈਆਂ ਸਾਡੇ ਸਾਹਮਣੇ ਆ ਰਹੀਆਂ। ਅਕਸਰ ਲੋਕੀ ਪੁੱਛਦੇ ਸਾਈਡ ਇਫੈਕਟ, ਜਿਹੜੇ ਗਰੁੱਪ 'ਚ ਇਹ ਦਵਾਈ ਦਿੱਤੀ ਜਾ ਰਹੀ ਸੀ 1.3% ਲੋਕਾਂ ਨੇ ਦਵਾਈ ਲੈਣੀ ਬੰਦ ਕਰ ਦਿੱਤੀ, ਕਿਉਂਕਿ ਕਹਿੰਦੇ ਸਾਨੂੰ ਸਾਈਡ ਇਫੈਕਟ ਹੋ ਰਿਹਾ, ਵੀ ਉਲਟੀ ਹੋਣ ਨੂੰ ਹੋ ਰਿਹਾ, ਢਿੱਡ ਪੀੜ ਹੋ ਰਿਹਾ, ਮਸਲ ਕ੍ਰੈਂਪ ਹੋ ਰਿਹਾ। ਲੇਕਿਨ ਹੈਰਾਨੀ ਦੀ ਗੱਲ ਆ ਵੀ ਜਿਹੜਾ ਪਲੇਸੀਬੋ ਗਰੁੱਪ 'ਚ ਜਿਸ 'ਚ ਮਿੱਠੀਆਂ ਗੋਲੀਆਂ ਦਿੱਤੀਆਂ ਸੀ, 3.5% ਲੋਕਾਂ ਨੇ ਬੰਦ ਕਰ ਦਿੱਤੇ ਸੀ ਵੀ ਸਾਨੂੰ ਇਹ ਗੋਲੀਆਂ ਦੇ ਨਾਲ ਕੁਛ ਨਾ ਕੁਛ ਹੋ ਰਿਹਾ। ਸੋ ਜਿਹੜਾ ਇਹ ਸਾਈਡ ਇਫੈਕਟ ਵੀ ਇਹਦਾ ਪ੍ਰੋਫਾਈਲ ਥੋੜਾ ਵਧੀਆ ਕੰਪੇਅਰ ਟੂ ਪਲੇਸੀਬੋ ਗਰੁੱਪ। ਅਫੋਰਡੇਬਲ ਹੈਗੀ ਆ ਥਰਡ ਵਰਲਡ ਕੰਟਰੀਜ਼ 'ਚ। ਮੈਨੂੰ ਸੁਣਨ 'ਚ ਆ ਰਿਹਾ ਵੀ ਹਿੰਦੁਸਤਾਨ 'ਚ ਕਰੀਬਨ $2-2.5 ਪਰ ਕੈਪਸੂਲ ਕੀਤਾ ਜਾਊਗਾ। ਇੱਥੇ ਤੇ ਜਿਵੇਂ 5 ਦਿਨ ਦੇ ਕੋਰਸ ਦਾ $700 ਕਰੀਬਨ 1000 ਕੈਨੇਡੀਅਨ ਡਾਲਰ ਬਣਦਾ। ਡਾਕਟਰ ਸਾਹਿਬ, ਇਹ ਫਿਰ ਜਿਹੜੇ ਵੈਕਸੀਨ ਨਹੀਂ ਲਗਾਉਣਾ ਚਾਹੁੰਦੇ ਉਹਨਾਂ ਦੇ ਲਈ ਇਹ ਆਪਸ਼ਨ ਹੋ ਸਕਦੀ ਹੈ? ਦੇਖੋ, ਜਿਹੜਾ ਨਾ ਕੋਵਿਡ ਦਾ ਵਾਇਰਸ ਆ, ਇਹ ਵਾਇਰਸ ਬਹੁਤ ਕਿਤੇ ਇਮੀਡੀਏਟਲੀ ਜਾਣ ਨਹੀਂ ਲੱਗਾ। ਇਹਦੇ ਥੋੜੇ ਪਾਕਟਸ ਰਹਿਣਗੇ, ਸਿਆਲਾਂ 'ਚ ਜਿੱਦਾਂ ਫਲੂ ਆਉਂਦਾ ਇਹ ਵੀ ਆਊਗਾ। ਸੋ ਉਦੋਂ ਸਾਡੇ ਕੋਲ ਇੱਕ ਹੋਰ ਹਥਿਆਰ ਹੋਊਗਾ ਵੀ ਜਿਹਨੂੰ ਕੋਵਿਡ ਹੋ ਗਿਆ, ਉਹਨੇ ਵੈਕਸੀਨੇਸ਼ਨ ਵੀ ਲਾਇਆ ਤਾਂ ਵੀ ਹੋ ਸਕਦਾ, ਉਹਦੇ ਰਿਸਕ ਫੈਕਟਰ ਬਹੁਤ ਤਗੜੇ ਆ, ਤੇ ਰਾਈਟ ਵੇ ਦਵਾਈ ਦਿੱਤੀ ਜਾਏ ਤਾਂ ਕਿ ਉਹਦੀ ਹਸਪੀਟਲਾਈਜੇਸ਼ਨ ਜਿਹੜੀ ਹੈਗੀ ਆ ਘਟੇ। ਜਾਂ ਫਿਰ ਉਹ ਆਵਾਮ ਜਿਹੜੇ ਬਿਲਕੁਲ ਬਾਗੀ ਆ ਵੀ ਜਿਨ੍ਹਾਂ ਨੇ ਵੈਕਸੀਨ ਨਹੀਂ ਲਾਇਆ, ਸਾਡੀ ਕਲੈਕਟਿਵ ਜਿਹੜੀ ਯੂਨੀਵਰਸਲ ਹੈਲਥ ਕੇਅਰ ਕੈਨੇਡਾ ਦੀ ਤੇ ਇਹੀ ਹੈ ਨਾ ਵੀ ਆਪਾਂ ਸਾਰਿਆਂ ਦਾ ਕੇਅਰ ਕਰਨਾ। ਸੋ ਉਹਨਾਂ ਵਿੱਚ ਵੀ ਸਾਡੇ ਕੋਲ ਇੱਕ ਹੋਰ ਟੂਲ ਇਕੱਠਾ ਹੋ ਜਾਊਗਾ ਵੀ ਅਸੀਂ ਉਹਨਾਂ ਨੂੰ ਦਵਾਈ ਦੇ ਸਕਾਂਗੇ ਜਿਨ੍ਹਾਂ ਨੇ ਮਨ ਬਣਾਇਆ ਵੀ ਅਸੀਂ ਵੈਕਸੀਨ ਨਹੀਂ ਲਾਉਣਾ। ਸੋ ਅਕਸਰ 50% ਹੀ ਉਹਦਾ ਫਾਇਦਾ ਹੈਗਾ, ਲੇਕਿਨ ਫਿਰ ਵੀ 50% ਇਜ਼ ਬੈਟਰ ਦੈਨ 0%। ਤੇ ਡਾਕਟਰ ਸਾਹਿਬ, ਜਿਹੜਾ ਫਲੂ ਆ ਇਹਦੇ ਬਾਰੇ ਗੱਲਾਂ ਬਾਤਾਂ ਸੁਣ ਰਹੇ ਹਾਂ, ਕਹਿੰਦੇ ਇਸ ਵਾਰੀ ਫਲੂ ਬਹੁਤ ਜ਼ਿਆਦਾ ਹੋਊਗਾ। ਅਮਰੀਕਾ ਦੇ ਵਿੱਚ ਵੀ ਕੁਝ ਖਬਰਾਂ ਆ ਰਹੀਆਂ, ਕੈਨੇਡਾ ਦੇ ਵਿੱਚ ਵੀ ਇਹਦੇ ਬਾਰੇ ਚਿੰਤਾ ਆ। ਇਹ ਕਿੰਨਾ ਜੀ ਖਤਰਨਾਕ ਹੋ ਸਕਦਾ ਤੇ ਕਿਉਂ ਇਸ ਵਾਰ ਜ਼ਿਆਦਾ ਹੋਊਗਾ ਜੀ? ਜੀ, ਬਹੁਤ ਅੱਛਾ ਕੁਐਸਚਨ ਹੈਗਾ। ਔਰ ਪਿਛਲੇ 1 ਮਹੀਨੇ ਤੋਂ ਜਸਕਰਨ ਜੀ ਮੈਂ ਦੇਖ ਰਿਹਾ ਬੱਚਿਆਂ ਨੂੰ ਵੀ, ਜਦੋਂ ਦੇ ਸਕੂਲ ਖੁੱਲੇ ਹੋਏ ਆ, ਖੰਘ, ਰੇਸ਼ਾ, ਜ਼ੁਕਾਮ, ਜਿਹੜਾ ਇਨਫਲੂਐਂਜ਼ਾ ਦੇ ਲੱਛਣ ਆ ਬਕਾਇਦਾ ਹੋਏ ਆ। ਲਗਭਗ ਸਾਰਿਆਂ ਨੇ ਕੋਵਿਡ ਟੈਸਟ ਵੀ ਕਰਵਾਇਆ, ਨੈਗੇਟਿਵ ਆਇਆ ਸੀ। ਸੋ ਇਸ ਤੋਂ ਜ਼ਾਹਿਰ ਹੈ ਵੀ ਉਹਨਾਂ ਨੂੰ ਰੈਗੂਲਰ ਫਲੂ, ਜਿਹਨੂੰ ਆਪਾਂ ਇਨਫਲੂਐਂਜ਼ਾ ਕਹਿੰਦੇ ਆ, INFLUENZA। ਹੁਣ ਜਿਹੜਾ ਇਨਫਲੂਐਂਜ਼ਾ ਦਾ ਵਾਇਰਸ ਆ ਉਹ ਵੀ ਰੈਸਪੀਰੇਟਰੀ ਵਾਇਰਸ ਹੈ, ਤੇ ਕੋਵਿਡ ਦਾ ਵੀ ਵਾਇਰਸ ਰੈਸਪੀਰੇਟਰੀ ਵਾਇਰਸ ਆ। ਕਈ ਵਾਰ ਇਹਨਾਂ ਦੇ ਨਾ ਸਿੰਪਟਮ ਓਵਰਲੈਪ ਵੀ ਹੋ ਸਕਦੇ ਆ, ਇਕੱਠੇ ਵੀ ਹੋ ਸਕਦੇ ਆ, ਸਿਮਿਲਰ ਵੀ ਹੋ ਸਕਦੇ ਆ,
ਔਰ ਇੱਕ ਵਿਅਕਤੀ ਨੂੰ ਦੋਵੇਂ ਇਕੱਠੇ ਵੀ ਹੋ ਸਕਦੇ ਆ, ਇਨਫਲੂਐਂਜ਼ਾ ਦਾ ਵਾਇਰਸ ਦਾ ਵੀ ਤੇ ਕੋਵਿਡ ਦਾ ਵੀ। ਸੋ ਇਹਦੇ ਵਿੱਚ ਕੁਝ ਇੱਕ ਸਿੰਪਟਮਸ ਜਿਹੜੇ ਹੈਗੇ ਬੜੇ ਬਰੀਕੀ ਵਾਲੇ ਹੈਗੇ ਆ। ਇੱਕ ਤਾਂ ਬੁਖਾਰ ਬਹੁਤ ਜ਼ਿਆਦਾ ਚੜੂਗਾ ਕੋਵਿਡ 'ਚ, ਔਰ ਕੋਵਿਡ 4 ਤੋਂ 7 ਦਿਨ ਬਾਅਦ ਹੋਗਾ ਐਕਸਪੋਜ਼ਰ ਦੇ ਬਾਅਦ। ਜਿਹੜਾ ਫਲੂ ਆ 1 ਤੋਂ 2 ਦਿਨ ਬਾਅਦ ਐਕਸਪੋਜ਼ਰ ਦੇ ਬਾਅਦ ਹੋਗਾ, ਬੁਖਾਰ ਹੋਗਾ ਲੇਕਿਨ ਇੰਨਾ ਨਹੀਂ ਹੋਗਾ। ਕੋਵਿਡ ਦੇ ਵਿੱਚ ਸਿਰ ਦੁਖਣਾ ਇੱਕ ਰੇਅਰ ਕੰਪਲਿਕੇਸ਼ਨ ਹੈਗੀ ਆ, ਫਲੂ 'ਚ ਸਭ ਤੋਂ ਜ਼ਿਆਦਾ ਸਿਰ ਦੁਖੂਗਾ। ਕੋਵਿਡ ਦੇ ਵਿੱਚ ਜਿਹੜੀ ਖੰਘ ਆ ਉਹ ਸੁੱਕੀ ਜ਼ਿਆਦਾ ਹੋਊਗੀ, ਉਹ ਤੁਹਾਨੂੰ ਸੌਣ ਨਹੀਂ ਦਊਗੀ। ਫਲੂ 'ਚ ਵੀ ਖੰਘ ਹੋਏਗੀ ਲੇਕਿਨ ਨਾਲ ਨਾਲ ਥੋੜਾ ਰੇਸ਼ਾ ਵੀ ਹੋਊਗਾ, ਨਾਲ ਨਾਲ ਥੋੜਾ ਨੱਕ ਵੀ ਵਗੂਗਾ, ਨਾਲ ਨਾਲ ਥੋੜੀ ਅੱਖਾਂ ਜਿਹੜੀਆਂ ਹੈਗੀਆਂ ਉਹ 'ਚ ਵੀ ਪਾਣੀ ਆਊਗਾ। ਸੋ ਇਹ ਸਟਲ ਜਿਹੜੇ ਹੈਗੇ ਸਿੰਪਟਮਸ ਹੈਗੇ ਆ, ਲੇਕਿਨ ਜਿੱਦਾਂ ਡੈਫੀਨੇਟਲੀ 100% ਨਹੀਂ ਆਪਾਂ ਡਿਫਰੈਂਸ਼ੀਏਟ ਕਰ ਸਕਾਂਗੇ। ਹੋ ਸਕਦਾ ਸਾਨੂੰ ਇਹਨਾਂ ਦੇ ਕੋਵਿਡ ਟੈਸਟ ਵੀ ਕਰਨੇ ਪੈਣ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ, ਵੀ ਜਿਹਨੂੰ ਕੋਵਿਡ ਹੋਇਆ ਉਹਦੇ ਫਿਰ ਜਿਹੜੇ ਹੈਗੇ ਆ ਆਈਸੋਲੇਸ਼ਨ ਦੇ ਪ੍ਰੋਟੋਕਾਲ ਜਾਂ ਫਿਰ ਅਗਰ ਇਹ ਦਵਾਈ ਜਿਹੜੀ ਮੈਨੂੰ ਲੱਗਦਾ 2-1 ਹਫ਼ਤੇ 'ਚ ਮਨਜ਼ੂਰ ਸ਼ੁਦਾ ਹੋ ਜਾਣੀ ਆ ਅਮਰੀਕਾ ਕੈਨੇਡਾ 'ਚ, ਸ਼ਾਇਦ ਉਹ ਵੀ ਦੇਣੀ ਪਵੇ ਜਦੋਂ ਇਹਨੂੰ ਮਾਨਤਾ ਮਿਲ ਜਾਂਦੀ ਆ, ਜੇ ਇਹਦੀ ਅਰਜੀ FDA 'ਚ ਪਾਈ ਹੋਈ ਆ ਮਰਕ ਨੇ। ਸੋ ਇਹ ਇਸ ਸਾਲ ਜਿਹੜਾ ਹੈਗਾ ਫਲੂ ਜ਼ਿਆਦਾ ਰਹੂਗਾ। ਪਿਛਲੇ ਵਾਰ ਸਿਰਫ 57 ਕੇਸਿਸ ਹੋਏ ਸੀ ਕੈਨੇਡਾ 'ਚ, ਕਿਉਂਕਿ ਅਸੀਂ ਆਈਸੋਲੇਸ਼ਨ 'ਚ ਅਸੀਂ ਮਾਸਕ ਲਾਉਂਦੇ ਸੀ, ਕਿਸੇ ਨੂੰ ਮਿਲਦੇ ਜੁਲਦੇ ਨਹੀਂ ਸੀ। ਔਰ ਇਹੀ ਪੈਟਰਨ ਅਸੀਂ ਹੋਰ ਕੰਟਰੀਜ਼ 'ਚ ਵੀ ਦੇਖਿਆ। ਹਰ ਸਾਲ ਕੈਨੇਡਾ 'ਚ ਕਰੀਬਨ 500 ਤੋਂ 600,000 ਲੋਕਾਂ ਨੂੰ ਐਡਮਿਸ਼ਨ ਕਰਨਾ ਪੈਂਦਾ, ਔਰ ਕਰੀਬਨ 3500 ਬਜ਼ੁਰਗਾਂ ਦੀ ਡੈਥ ਵੀ ਹੁੰਦੀ ਆ ਇਨਫਲੂਐਂਜ਼ਾ ਜਾਂ ਫਲੂ ਕਰਕੇ। ਸੋ ਯੈਸ, ਇਹ ਸੀਜ਼ਨ ਫਲੂ ਸੀਜ਼ਨ ਸਟਾਰਟ ਹੈਗਾ। ਮੈਂ ਅਕਸਰ ਦੇਖ ਰਿਹਾ ਬੱਚਿਆਂ ਦੇ ਵਿੱਚ, ਐਡਲਟਸ ਦੇ ਵਿੱਚ ਵੀ ਮੈਂ ਦੇਖ ਰਿਹਾ ਵੀ ਫਲੂ ਕਾਫੀ ਹੈਗਾ। ਔਰ ਜਿਹੜਾ ਇਹ ਵਾਇਰਸ ਜਿਹੜਾ ਹੈਗਾ ਇਹ ਰੈਸਪੀਰੇਟਰੀ ਇਲਨੈਸਿਸ ਕਰਕੇ ਸਪਰੈਡ ਹੁੰਦਾ। ਜਿਹੜੇ ਕੋਵਿਡ ਦੇ ਪ੍ਰੋਟੋਕਾਲ ਅਸੀਂ ਲੈਂਦੇ ਆ ਸਾਨੂੰ ਇਹ ਤੋਂ ਹੀ ਬਚਾ ਹੋ ਸਕਦਾ ਹੈ। ਮਾਸਕ ਲਾਉਣਾ, ਖਾਸ ਕਰਕੇ ਅਸੀਂ ਅਗਰ ਨਵੀਂ ਜਗ੍ਹਾ 'ਚ ਜਾਂਦੇ ਆ, ਇੰਡੋਰ ਜਾਂਦੇ ਆ। ਹੁਣ BC ਦੇ ਵਿੱਚ ਤੇ 5 ਸਾਲ ਤੋਂ ਉੱਤੇ ਇੰਡੋਰ ਸਪੇਸ 'ਚ ਸਾਰਿਆਂ ਨੂੰ ਮਾਸਕ ਮੈਂਡੇਟਡ ਹੋ ਗਿਆ। ਸਕੂਲਾਂ 'ਚ ਵੀ 5 ਸਾਲ ਤੋਂ ਉੱਤੇ ਜਿਹੜੇ ਕਿੰਡਰਗਾਰਟਨ ਤੋਂ ਬੱਚੇ ਸੀ ਸਾਰਿਆਂ ਨੂੰ ਮਾਸਕ ਮੈਂਡੇਟਡ ਹੋ ਗਿਆ। ਮਾਸਕ ਤੁਹਾਨੂੰ ਬਚਾ ਸਕਦਾ ਹੈ। ਸੋਸ਼ਲ ਡਿਸਟੈਂਸ, ਹੈਂਡ ਵਾਸ਼ਿੰਗ, ਬਹੁਤਾ ਮਿਲੀਏ ਜੁਲੀਏ ਨਾ, ਬਹੁਤਾ ਟਰੈਵਲਿੰਗ ਨਾ ਜਾਈਏ, ਬਹੁਤੀ ਸੰਘਣੀ ਗੈਦਰਿੰਗ 'ਚ ਨਾ ਜਾਈਏ। ਫਲੂ ਸ਼ਾਟ ਅਜੇ ਵੀ ਪ੍ਰੋਟੈਕਸ਼ਨ ਹੈਗੀ ਆ, ਫਲੂ ਸ਼ਾਟ ਬਿਲਕੁਲ ਹੈਗਾ ਮਾਰਕੀਟ 'ਚ, ਜਿੱਦਾਂ ਕੋਵਿਡ ਦਾ ਸ਼ਾਟ ਵੀ ਅਸੀਂ 2 ਲਾਏ ਆ। ਸੋ ਫਲੂ ਸ਼ਾਟ ਵੀ ਹੈਗਾ, ਉਹ ਵੀ ਤੁਹਾਨੂੰ ਪ੍ਰੋਟੈਕਸ਼ਨ ਦੇ ਸਕਦਾ 4 ਡਿਫਰੈਂਟ ਸਟ੍ਰੇਨਸ ਆਫ ਵਾਇਰਸ। ਲੇਕਿਨ ਅਗਰ ਇਹ RSV ਤੋਂ ਹੈਗਾ ਜਾਂ ਆਰਥੋਮਿਕਸੋ ਵਾਇਰਸ ਤੋਂ ਐਡੀਨੋ, ਫਿਰ ਪ੍ਰੋਟੈਕਸ਼ਨ ਨਹੀਂ ਹੈ। ਸੋ ਫਲੂ ਦੇ 4 ਜਿਹੜੇ ਸਟ੍ਰੇਨਸ ਆ ਉਹਨਾਂ ਤੋਂ ਤੁਹਾਨੂੰ ਪ੍ਰੋਟੈਕਸ਼ਨ ਮਿਲ ਸਕਦੀ ਆ ਫਲੂ ਸ਼ਾਟ ਤੋਂ। ਲੇਕਿਨ ਸਾਨੂੰ ਫਲੂ ਸ਼ਾਟ ਲਾ ਲੈਣਾ ਚਾਹੀਦਾ ਤਾਂ ਕਿ ਅਸੀਂ ਐਟਲੀਸਟ ਜਿਹੜਾ ਡੇਂਜਰਸ ਫਾਰਮ ਆਫ ਇਨਫਲੂਐਂਜ਼ਾ, ਜਿੱਦਾਂ ਐਡਮਿਸ਼ਨਸ ਹੁੰਦੀ ਆ, ਸਾਹ ਦੀ ਪ੍ਰੋਬਲਮ ਹੁੰਦੀ ਆ, ਉਸ ਤੋਂ ਬਚ ਸਕੀਏ। ਡਾਕਟਰ ਸਾਹਿਬ, ਜਿਹੜੀ ਕੋਵਿਡ ਦੀ ਵੈਕਸੀਨ ਕਿਸੇ ਨੇ ਲਵਾਈ ਆ ਉਹਦੇ ਨਾਲ ਹੀ ਫਲੂ ਦੀ ਵੈਕਸੀਨ ਲਵਾਉਣ ਦਾ ਕੋਈ ਨੁਕਸਾਨ ਤਾਂ ਨਹੀਂ? ਨਹੀਂ, ਬਿਲਕੁਲ ਨਹੀਂ, ਕਿਉਂਕਿ ਇਹ 2 ਡਿਫਰੈਂਟ ਜਿਹੜੇ ਹੈਗੇ ਟੈਕਨੋਲੋਜੀ ਆ, 2 ਡਿਫਰੈਂਟ ਕਿਸਮ ਦੇ ਵਾਇਰਸ ਆ, ਔਰ ਸਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਉਹ ਬਕਾਇਦਾ ਦੋਵਾਂ ਦੇ ਅਗੇਂਸਟ ਐਂਟੀਬਾਡੀਜ਼ ਬਣਾਉਂਦਾ। ਤੁਸੀਂ ਦੇਖੋ ਨਿੱਕੇ ਨਿਆਣੇ ਆ ਜਿਹੜੇ 2 ਮਹੀਨੇ, 4 ਮਹੀਨੇ, 6 ਮਹੀਨੇ, ਕਈ ਵਾਰ ਦੋਵੇਂ ਪੱਟਾਂ 'ਚ ਸ਼ਾਟ ਲਾਏ ਹੁੰਦੇ ਆ ਡਿਫਰੈਂਟ ਵੈਕਸੀਨ ਦੇ। ਹੈਪੇਟਾਈਟਿਸ ਦੇ ਵੀ ਲਾਏ ਹੁੰਦੇ ਆ ਤੇ ਪੈਂਟਾਸੈਲ ਦੇ, ਜਿਹਦੇ ਵਿੱਚ 5 ਡਿਫਰੈਂਟ ਵਾਇਰਸ ਜਾਂ ਬੈਕਟੀਰੀਆ ਹੁੰਦੇ, ਇਸ ਲਈ ਉਹਦਾ ਨਾਮ ਪੈਂਟਾਸੈਲ ਰੱਖਿਆ ਸੀ ਤਾਂ ਕਿ ਕੰਬਾਈਨ ਕਰਕੇ ਇੱਕ ਲਾ ਦਿੱਤਾ ਜਾਏ। ਸੋ ਹੈਪੇਟਾਈਟਿਸ B ਦਾ ਲੱਗਾ ਹੁੰਦਾ, ਨਾਲ ਪੈਂਟਾਸੈਲ ਦਾ ਲੱਗਾ ਹੁੰਦਾ, ਨਾਲ ਨਿਮੋਨੀਆ ਦਾ, ਮੈਨੇਜਾਈਟਿਸ ਦਾ। ਸੋ ਸਾਡਾ ਇਮਿਊਨ ਸਿਸਟਮ ਹਰ ਇੱਕ ਜਿਹੜਾ ਆਪਾਂ ਪਾਉਂਦੇ ਆ ਕਿਲਡ ਵਾਇਰਸ ਜਾਂ ਕਿਲਡ ਬੈਕਟੀਰੀਆ ਇੰਜੈਕਟ ਕਰੀਦਾ, ਉਹਦੇ ਅਗੇਂਸਟ ਐਂਟੀਬਾਡੀਜ਼ ਬਣਾਉਂਦਾ। ਸੋ ਦੋਵੇਂ ਇਕੱਠੇ ਲਾਉਣ ਦੇ ਨਾਲ ਕੋਈ ਨੁਕਸਾਨ ਨਹੀਂ ਹੈਗਾ। ਤੁਹਾਨੂੰ ਫਲੂ ਤੋਂ ਵੀ ਫਾਇਦਾ ਮਿਲੂਗਾ ਤੇ ਕੋਵਿਡ ਤੋਂ ਵੀ ਫਾਇਦਾ ਮਿਲੂਗਾ। ਡਾਕਟਰ ਸਾਹਿਬ, ਇਹਦੇ ਵਿੱਚ ਹੋਰ ਕੋਈ ਹੁਣ ਅੱਗੇ ਅਪਡੇਟ ਕੀ ਆ ਇਹਦਾ ਕੋਵਿਡ ਦੇ ਵਿੱਚ? ਕੀ 3rd ਸ਼ਾਟ ਲੱਗਣਾ ਆ, ਸਾਰਿਆਂ ਦੇ ਲੱਗਣਾ ਆ, ਪੂਰੀ ਦੁਨੀਆ 'ਚ ਲੱਗਣਾ ਆ, ਹਰ ਸਾਲ ਲੱਗਿਆ ਕਰਨਾ ਆ? ਇਹਦੇ ਬਾਰੇ ਕੁਝ ਹੈ ਜੀ ਸਾਡੇ ਕੋਲ ਅਪਡੇਟ? ਸੋ ਫਾਰ ਜਿਹੜੀ ਸਾਡੀ ਨੈਸ਼ਨਲ ਐਡਵਾਈਜ਼ਰ ਕਮੇਟੀ ਔਨ ਇਮਨਾਈਜੇਸ਼ਨ ਹੈ, ਜਿਹੜੀ ਕੈਨੇਡਾ ਦੀ ਬੋਡੀ ਆ ਜਿਹੜੀ ਸਾਨੂੰ ਗਾਈਡਲਾਈਨ ਦਿੰਦੀ ਆ, ਉਹ ਕਹਿੰਦੀ ਸਿਲੈਕਟ ਗਰੁੱਪ 'ਚ ਆਲਰੇਡੀ ਉਹਨਾਂ ਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਿਹੜਾ ਕੈਂਸਰ ਦਾ ਇਲਾਜ ਕਰ ਰਹੇ ਆ, ਜਿਨ੍ਹਾਂ ਦਾ ਇਮਿਊਨ ਸਿਸਟਮ ਲੋ ਆ, ਜਾਂ ਜਿਨ੍ਹਾਂ ਨੂੰ ਏਡਸ ਦੀ ਬਿਮਾਰੀ ਐਡਵਾਂਸ ਸਟੇਜ 'ਚ, ਨਾਟ ਅਰਲੀ ਸਟੇਜ, ਐਡਵਾਂਸ ਸਟੇਜ, ਜਿਹਦੇ ਵਿੱਚ ਬਕਾਇਦਾ ਉਹਨਾਂ ਦਾ ਇਮਿਊਨ ਸਿਸਟਮ ਖਰਾਬ ਹੋਣਾ, ਜਾਂ ਉਹਨਾਂ ਨੂੰ ਇਨਹੈਰਿਟਡ ਹੈ ਜਮਾਂਦਰੂ ਕੋਈ ਇਮਿਊਨ ਡਿਸਆਰਡਰ ਹੈ। ਬੱਚਿਆਂ 'ਚ ਵੀ ਹੁੰਦਾ, ਜਿੱਦਾਂ ਸਕਿਡ ਕਹਿੰਦੇ, ਸਬ ਅਕਿਊਟ ਕੰਬਾਈਨਡ ਇਮਿਊਨੋਡੈਫੀਸ਼ੀਐਂਸੀ ਸਿੰਡਰੋਮ, ਬੜੀ ਰੇਅਰ ਚੀਜ਼ਾਂ ਹੁੰਦੀਆਂ। ਸੋ ਉਹਨਾਂ ਨੂੰ ਬਕਾਇਦਾ, ਕਿਉਂਕਿ ਉਹਨਾਂ ਦੇ ਰੈਕੋਰਡ ਹੈਗੇ ਸਰਕਾਰ ਕੋਲ, ਸੋ ਉਹਨਾਂ ਨੂੰ ਲੈਟਰ ਆ ਚੁੱਕੀ ਹੈ, ਉਹਨਾਂ ਨੂੰ 3rd ਡੋਜ਼ ਤੇ ਲੱਗੂਗਾ। ਦੂਜਾ, ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਬਹੁਤ ਵਧੇਰੀ ਉਮਰ ਦੇ ਬਜ਼ੁਰਗ ਹੈਗੇ ਆ, ਉਹਨਾਂ ਨੂੰ ਵੀ ਲਾਇਆ ਜਾ ਰਿਹਾ, ਕਿਉਂਕਿ ਸਾਨੂੰ ਪਤਾ ਐਂਟੀਬਾਡੀਜ਼ ਲੈਵਲ ਜਿਹੜੀਆਂ ਹੈਗੀਆਂ 5 ਤੋਂ 7 ਮਹੀਨੇ ਬਾਅਦ ਡ੍ਰੌਪ ਹੁੰਦੇ ਆ। ਦੇਖੋ, ਇੱਕ ਸੁਭਾਅ ਕਿ ਕੈਨੇਡਾ ਨੂੰ ਥੋੜਾ ਫਾਇਦਾ ਹੋ ਗਿਆ, ਕਿਉਂਕਿ ਸਾਨੂੰ ਟੀਕੇ ਪਹਿਲੋਂ ਈਜ਼ੀਲੀ ਨਹੀਂ ਮਿਲੇ ਵੱਡੀ ਮਾਤਰਾ 'ਚ,
ਤੇ ਤੁਹਾਨੂੰ ਪਤਾ ਪਹਿਲਾਂ 2-3 ਮਹੀਨੇ ਦਾ ਡਿਲੇ ਹੁੰਦਾ ਹੁੰਦਾ ਫਿਰ ਕੱਟ ਡਾਊਨ ਕਰਕੇ ਮਹੀਨੇ ਦਾ ਹੋਇਆ। ਸੋ ਐਕਚੁਅਲੀ ਜਿਹੜਾ ਪਹਿਲਾ ਸ਼ਾਟ ਲੱਗਾ ਉਹਦੇ ਬਾਅਦ 2-3 ਦਿਨ ਬਾਅਦ ਦੂਜਾ ਲੱਗਾ, ਹੋ ਸਕਦਾ ਸਾਡੀ ਐਂਟੀਬਾਡੀ ਸਾਲ ਤੱਕ ਰਵੇ। ਅਗਰ ਦੋਵੇਂ ਟੀਕੇ 3 ਹਫ਼ਤੇ ਤੇ ਲੱਗਦੇ ਤੇ 7-8 ਮਹੀਨੇ ਬਾਅਦ ਐਂਟੀਬਾਡੀ ਲੈਵਲ ਡਿੱਗਣਾ ਸ਼ੁਰੂ ਹੁੰਦਾ। ਲੇਕਿਨ ਸਾਇੰਟਿਸਟ ਅਜੇ ਤੱਕ ਇਹ ਮਾਪਦੰਡ ਨਹੀਂ ਕਰ ਪਾਏ। 5 ਤੋਂ 7 ਮਹੀਨੇ 'ਚ ਨਾ 20% ਰਹਿ ਜਾਂਦੀ ਜੋ ਐਂਟੀਬਾਡੀਜ਼। ਜਦੋਂ ਆਪਾਂ 95 ਤੇ ਤੁਰਦੇ ਆ ਨਾ, ਡ੍ਰੌਪ ਹੁੰਦੀ ਉਹ 5 ਤੋਂ 7 ਮਹੀਨੇ 'ਚ 20% 'ਚ ਰਹਿ ਜਾਂਦੀ। ਲੇਕਿਨ ਸਾਇੰਟਿਸਟ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੰਨੀ ਪਰਸੈਂਟੇਜ ਇਨਫ ਹੈਗੀ ਆ, ਕਿਉਂਕਿ ਉਹ ਵੀ ਲੋਕੀ ਆ ਜਿਨ੍ਹਾਂ ਨੂੰ 20% ਐਂਟੀਬਾਡੀਜ਼ ਹੈਗੀ 5-7 ਮਹੀਨੇ 'ਚ। ਕਈਆਂ ਨੂੰ ਕੋਵਿਡ ਐਕਸਪੋਜ਼ਰ ਹੋਏ ਤੇ ਬਿਲਕੁਲ ਨਹੀਂ ਹੁੰਦਾ, ਕਈਆਂ ਨੂੰ 30% 'ਚ ਵੀ ਐਕਸਪੋਜ਼ਰ ਹੋਏ ਤੇ ਹੋ ਜਾਂਦਾ। ਸੋ ਸਟਿਲ ਲਰਨਿੰਗ ਫੇਜ਼ ਤੇ ਜਾ ਰਹੇ ਆਪਾਂ। ਅਨੀਤਾ ਆਨੰਦ ਜੀ ਨੇ 2022-2023 ਵਾਸਤੇ ਵੀ ਫਾਈਜ਼ਰ ਨੂੰ ਬਿਆਨਾ ਦਿੱਤਾ ਹੋਇਆ ਤਾਂ ਕਿ ਸਾਨੂੰ ਬੂਸਟਰ ਸ਼ਾਟ ਅਗਰ ਲੋੜ ਆ ਤੇ ਅਸੀਂ ਉਹ ਸਟੈਂਡ ਬਾਈ ਰੈਡੀ ਰਹੀਏ। ਅਮਰੀਕਾ ਨੇ ਪਿਛਲੇ ਮਹੀਨੇ ਜਦੋਂ ਇੱਥੇ ਇਲੈਕਸ਼ਨ ਚੱਲ ਰਿਹਾ ਸੀ, ਕੈਨੇਡਾ ਦੀ ਸਰਕਾਰ ਬਣ ਰਹੀ ਸੀ, ਜਦੋਂ ਮਾਈਨੋਰਿਟੀ ਗਵਰਨਮੈਂਟ ਫਿਰ ਆਈ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ, ਉਸ ਦਿਨ ਤੋਂ ਥਰਡ ਬੂਸਟਰ ਸਾਰਿਆਂ ਨੂੰ ਕਹਿ ਦਿੱਤਾ। ਮਾਲਾਂ 'ਚ ਵੀ ਲੱਗ ਰਿਹਾ, ਫਾਰਮਾਸੀਜ਼ 'ਚ ਵੀ ਲੱਗ ਰਿਹਾ। ਔਰ ਮੇਰੇ ਨਾ ਕੁਛ ਇੱਕ ਫਰੈਂਡ ਹੈ, ਉਹਨਾਂ ਨੇ ਦੱਸਿਆ ਵੀ ਉਹ ਕੋਈ ਵਿਆਹ ਸ਼ਾਦੀ 'ਚ ਗਏ ਸੀ ਤੇ ਅਗਲੇ ਨੇ ਕਿਹਾ ਵੀ ਤੁਸੀਂ ਤੀਸਰਾ ਡੋਜ਼ ਲਵਾ ਹੀ ਲਓ। ਸੋ ਉਹ ਕਿਸੇ ਨੂੰ ਨਹੀਂ ਪੁੱਛਦੇ ਵੀ ਤੁਸੀਂ ਕਿੱਥੋਂ ਆਏ, ਕਿੱਥੇ ਜਾਣਾ। ਥਰਡ ਡੋਜ਼ ਉਹ ਦੇ ਰਹੇ। ਜਿੱਦਾਂ ਪਹਿਲੋਂ ਜਦੋਂ ਇੱਥੇ ਸਾਡੇ ਕੋਲ ਟੀਕੇ ਘੱਟ ਸੀ ਤੇ ਟਰੱਕਰਸ ਜਾਂਦੇ ਸੀ ਤੇ ਉਹਨਾਂ ਨੂੰ ਫਾਈਜ਼ਰ ਦਾ ਸ਼ਾਟ ਉੱਤੇ ਲਾ ਦਿੰਦੇ ਸੀ। ਸੋ ਕੰਪੈਸ਼ਨੇਟ ਗਰਾਊਂਡ 'ਚ ਥਰਡ ਡੋਜ਼ ਉੱਥੇ ਅਮਰੀਕਾ 'ਚ ਉਹ ਸਵਾਲ ਜਵਾਬ ਨਹੀਂ ਪੁੱਛਦੇ, ਜਿਹੜਾ ਆ ਗਿਆ ਉਹਨੂੰ ਲਾਈ ਜਾ ਰਹੇ। ਸੋ ਸਾਨੂੰ ਅਜੇ ਮਾਸ ਵੈਕਸੀਨੇਸ਼ਨ ਦੀ ਲੋੜ ਨਹੀਂ ਆ, ਕਿਉਂਕਿ ਅਗਰ ਹਸਪੀਟਲਾਈਜੇਸ਼ਨ ਅਗਰ ਆਪਾਂ ਦੇਖੀਏ ਪੂਰੇ ਕੈਨੇਡਾ 'ਚ ਦੇਖ ਲਈਏ, ਕਰੀਬਨ 90% ਤੋਂ ਜ਼ਿਆਦਾ ਵਿਅਕਤੀ ਉਹੀ ਹਸਪੀਟਲ 'ਚ ਆ ਜਿਨ੍ਹਾਂ ਨੇ ਟੀਕਾ ਨਹੀਂ ਲਾਇਆ। ਕਰੀਬਨ 5% ਉਹ ਆ ਜਿਨ੍ਹਾਂ ਨੇ ਇੱਕ ਡੋਜ਼ ਲੱਗਾ, ਦੂਜਾ ਡੋਜ਼ ਨਹੀਂ ਲੱਗਾ। ਸੋ ਸਿਰਫ 5% ਲੋਕੀ ਆ ਜਿਨ੍ਹਾਂ ਨੂੰ 2 ਡੋਜ਼ ਲੱਗੇ ਸੀ। ਲੇਕਿਨ ਅਗਰ ਉਹਨਾਂ ਨੂੰ ਦੇਖੀਏ, ਬਹੁਤ ਵਧੇਰੀ ਉਮਰ ਆ, ਉਹਨਾਂ ਨੂੰ ਡਾਇਬਟੀਜ਼ ਆ, ਉਹਨਾਂ ਦੇ ਹੋਰ ਰਿਸਕ ਫੈਕਟਰ ਆ। ਜਿਹੜਾ ਆਮ ਵਿਅਕਤੀ ਹੈਗਾ, ਐਡਲਟ, ਜਿਹਨੂੰ ਕੋਈ ਰਿਸਕ ਫੈਕਟਰ ਨਹੀਂ, 2 ਟੀਕੇ ਲੱਗੇ ਆ, ਉਹ ਹਸਪੀਟਲ ਤੇ ਨਹੀਂ ਆ। ਉਹਨੂੰ ਅਗਰ ਕੋਵਿਡ ਹੁੰਦਾ ਵੀ ਆ ਤਾਂ ਬੜਾ ਮਾਈਲਡ ਹੈ, ਸ਼ਾਇਦ ਉਹਨੂੰ ਪਤਾ ਵੀ ਨਹੀਂ ਆ, ਜਾਂ ਫਿਰ ਉਹਦੇ ਲੱਛਣ ਬੜੇ ਸੂਖਮ ਆ, ਜਾਂ ਉਹਨੂੰ ਹਸਪੀਟਲ ਜਾਣ ਦੀ ਲੋੜ ਨਹੀਂ ਪੈ ਰਹੀ। ਡਾਕਟਰ ਸਾਹਿਬ, ਓਵਰਆਲ ਦੁਨੀਆ ਦੇ ਵਿੱਚ ਕੇਸ ਘਟ ਰਹੇ ਆ, ਅਸੀਂ ਇਹਦੇ ਖਾਤਮੇ ਵੱਲ ਨੂੰ ਜਾ ਰਹੇ ਜਾਂ ਅਜੇ ਵੀ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਆ? ਦੇਖੋ, ਜ਼ੀਰੋ ਤੱਕ ਤਾਂ ਗੱਡੀ ਕਦੀ ਨਹੀਂ ਜਾਣੀ। ਮੈਂ ਫਿਰ ਬਾਰ-ਬਾਰ ਕਹਿ ਰਿਹਾ, ਇਹ ਜਿਹੜਾ ਵਾਇਰਸ ਆ, ਇਹਨੂੰ ਜਿਹੜੇ ਇਹਦਾ ਬਣਦਾ ਮਾਨ ਸਨਮਾਨ ਜਾਂ ਰਿਸਪੈਕਟ ਅਸੀਂ ਦੇ ਨਹੀਂ ਰਹੇ। ਵਾਇਰਸ ਨੂੰ ਸਮਝੋ ਜਿੱਦਾਂ ਫਲੂ ਦਾ ਵਾਇਰਸ ਆ। ਹੁਣ ਆਪਾਂ 100 ਸਾਲ ਪਹਿਲੋਂ H1N1 ਦਾ ਜਿਹੜਾ ਸਪੈਨਿਸ਼ ਫਲੂ ਦੀ ਤਰਾਸਦੀ ਦੇਖੀ, ਉਹਦੇ ਬਾਅਦ ਉਹ ਫਲੂ ਵਾਇਰਸ ਕਦੀ ਗਿਆ ਨਹੀਂ ਆ। ਹਰ ਸਾਲ ਸਿਆਲਾਂ 'ਚ ਆਉਂਦਾ ਤੇ ਉਹਦੇ ਪ੍ਰਤੀ ਟੀਕਾ ਹੁੰਦਾ, ਅਸੀਂ ਪ੍ਰੋਟੈਕਸ਼ਨ ਲਾਉਣ ਦੀ ਕੋਸ਼ਿਸ਼ ਕਰਦੇ ਆ। ਕਈ ਵਾਰ ਨਾ ਜਿਹੜਾ ਟੀਕਾ ਉਹ 'ਚ 4 ਸ਼ਾਟਸ ਹੁੰਦੇ ਆ, ਜਿਹੜਾ ਆਵਾਮ 'ਚ ਜਿਹੜਾ ਵਾਇਰਸ ਚੱਲ ਰਿਹਾ ਉਹ ਡਿਫਰੈਂਟ ਹੁੰਦਾ। ਕਈ ਵਾਰ ਟੀਕਾ ਵੀ 100% ਕੈਪਚਰ ਨਹੀਂ ਕਰਦਾ, ਲੇਕਿਨ ਬਹੁਤਾਰ ਤੱਕ ਸਾਡੀ ਟੈਕਨੋਲੋਜੀ ਠੀਕ ਹੁੰਦੀ ਆ। ਕਦੀ ਕਦਾਰ ਇਦਾਂ ਹੁੰਦਾ ਵੀ ਗਲਤੀ ਹੁੰਦੀ ਆ ਵੀ ਟੀਕੇ 'ਚ ਜਿਹੜਾ ਵਾਇਰਸ ਲਾਇਆ ਸੀ, ਐਕਚੁਅਲ ਕਮਿਊਨਿਟੀ 'ਚ ਵਾਇਰਸ ਕੋਈ ਹੋਰ ਸਪਰੈਡ ਹੋ ਰਿਹਾ। ਕਿਉਂਕਿ ਜਿੱਦਾਂ ਕੋਵਿਡ ਦਾ ਦੇਖੋ, ਹਾਂ, ਕੋਵਿਡ ਦੇ ਜਿਹੜੇ ਰੂਪਾਂਤਰ ਹੈਗੇ ਆ, ਆਪਾਂ ਡੈਲਟਾ ਕਹਿ ਰਹੀਏ, ਜਿਹੜਾ ਹਿੰਦੁਸਤਾਨ ਦਾ ਮੂੰਹ ਆ, ਲੈਂਬੜਾ ਆ, ਜਿਹੜੀ ਮਰਕ ਦੀ ਦਵਾਈ ਸੀ ਉਹ ਉੱਤੇ 40% ਫਿਰ ਵੀ ਕਾਰਗਰ ਸੀ। ਜਿਹੜਾ ਰੈਗੂਲਰ ਵਾਇਰਸ ਹੈ ਉਹ 'ਚ 50% ਕਾਰਗਰ ਸੀ। ਸੇਮ ਥਿੰਗ ਜਿਹੜਾ ਵਾਇਰਸ ਫਲੂ ਦਾ, ਉਹ ਮੂੰਹ ਮਾਂਦਰਾ ਬਦਲਦਾ ਰਹਿੰਦਾ। ਇਸ ਲਈ ਸਾਨੂੰ ਵੀ ਹਰ ਸਾਲ ਫਲੂ ਵੈਕਸੀਨ ਡਿਫਰੈਂਟ ਟਰਾਈ ਕਰਨੀ ਪੈਂਦੀ ਆ। ਇਸ ਲਈ ਕੋਵਿਡ ਦਾ ਵੀ ਹੋ ਸਕਦਾ ਵੀ ਮੇ ਬੀ ਹਰ ਸਾਲ ਸਾਨੂੰ ਬੂਸਟਰ ਡੋਜ਼ ਡਿਫਰੈਂਟ ਟਰਾਈ ਕਰਨੇ ਪੈਣ, ਜੇ ਹਿਸਾਬ ਨਾਲ ਉਹਦੇ ਰੂਪਾਂਤਰ ਉਸ ਏਰੀਆ 'ਚ ਚੱਲ ਰਹੇ ਆ। ਲੇਕਿਨ ਅਜੇ ਸਾਨੂੰ ਇਹਦੇ ਉੱਤੇ ਗਾਈਡਲਾਈਨਸ ਨਹੀਂ ਆਏ ਹੈਲਥ ਕੈਨੇਡਾ ਤੋਂ ਜਾਂ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਨਾਈਜੇਸ਼ਨ ਤੋਂ। ਡਾਕਟਰ ਸਾਹਿਬ, ਆਖਰ ਦੇ ਵਿੱਚ ਸਾਡੇ ਦਰਸ਼ਕਾਂ ਲਈ ਤੁਹਾਡੀ ਕੋਈ ਸਲਾਹ? ਦੇਖੋ, ਸਲਾਹ ਮੇਰੀ ਇਹੀ ਆ ਵੀ ਆਪਾਂ ਜਿਹੜਾ ਬੈਡ ਫੇਸ ਸੀ ਉਹ ਤੋਂ ਲੰਘ ਚੁੱਕੇ ਹੈਗੇ ਆ। ਜਨ ਜੀਵਨ ਸਾਡਾ ਹੌਲੀ ਇੰਪਰੂਵ ਹੋ ਰਿਹਾ। ਠੀਕ ਹੈ, ਅਸੀਂ ਅਜੇ ਵੀ ਇੰਡੋਰ ਮਾਸ ਜਾ ਰਹੇ ਆ। ਵੈਕਸੀਨ ਸਾਨੂੰ ਸ਼ੋਅ ਕਰਨਾ ਪੈਂਦਾ ਅਗਰ ਰੈਸਟੋਰੈਂਟ ਆ, ਕਨਸਰਟ ਆ, ਜਾਂ ਥੀਏਟਰ ਆ, ਜਾਂ ਫਿਰ ਹੋਰ ਕੋਈ ਗੇਮਸ ਵਗੈਰਾ। ਇਹ ਸਾਡਾ ਇੱਕ ਨਾਰਮਲ ਪਾਰਟ ਆਫ ਲਾਈਫ ਰਹੂਗਾ ਕੁਝ ਸਾਲ ਵਾਸਤੇ, ਜਦ ਤੱਕ ਸਾਰੇ ਪਾਸੇ ਥੰਨ ਤੜਵਾਣਾ ਨਹੀਂ ਹੁੰਦਾ। ਦੂਜੇ ਕੰਟਰੀਆਂ 'ਚ ਵੀ ਜਦ ਤੱਕ ਵੈਕਸੀਨੇਸ਼ਨ ਨਹੀਂ ਹੁੰਦੀ, ਇਹ ਵਾਇਰਸ ਜਿਹੜਾ ਇਹਨੇ ਘੁੰਮਦਾ ਰਹਿਣਾ। ਸੋ ਕੁਛ ਇੱਕ ਸਾਲ ਸਾਡਾ ਅਜੇ ਬੀਤੂਗਾ। ਤੀਜੀ ਗੱਲ, ਜਿਹੜਾ ਮਨ ਜਿਹੜਾ ਹੈਗਾ ਉਹਨੂੰ ਮਜ਼ਬੂਤ ਰੱਖਣਾ ਚਾਹੀਦਾ, ਹਨਾ। ਤੇ ਮਨ ਜਿਹੜਾ ਹੈਗਾ ਉਹ ਪਰਮੇਸ਼ਵਰ ਦੇ ਨਾਮ ਦੇ ਨਾਲ ਹੀ ਰਹਿਣਾ। ਜਿੱਦਾਂ ਕਹਿੰਦੇ ਨਾ, ਜਿਉ ਮੰਦਰ ਕੋ ਥਾਮੇ ਥੰਮਣ। ਜਿੱਦਾਂ ਇੱਕ ਕੋਈ ਸਟਰਕਚਰ ਹੈਗਾ, ਇਮਾਰਤ ਆ, ਤੇ ਉਹਨੂੰ ਕਾਲਮਸ ਔਰ ਬੀਮਸ ਜਿਹੜੇ ਹੈਗੇ ਉਹਨੂੰ ਥੰਮ ਕਰਕੇ ਰੱਖਦੇ ਆ, ਤਿਉਂ ਗੁਰ ਕਾ ਸ਼ਬਦ ਮੰਨੇ ਅਸਤੰਭ। ਸੋ ਜਿਹੜਾ ਗੁਰੂ ਦਾ ਸ਼ਬਦ ਆ ਉਹ ਤੁਹਾਡੇ ਮਨ ਨੂੰ ਜਿਹੜਾ ਹੈ ਸਟਰੋਂਗ ਕਰਕੇ ਰੱਖਦਾ। ਸੋ ਸ਼ਬਦ ਦੇ ਨਾਲ ਆਪਾਂ ਜੁੜੀਏ, ਸ਼ਬਦ ਦੀ ਆਰਾਧਨਾ ਕਰੀਏ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ,
ਉਹਦੀ ਆਰਾਧਨਾ ਕਰੀਏ। ਅਗਰ ਤੁਸੀਂ ਹਿੰਦੂ ਹੈ ਤੁਸੀਂ ਮਤਲਬ ਓਮ ਨਮੋ ਸ਼ਿਵਾय ਕਰ ਸਕਦੇ। ਅਗਰ ਮੁਸਲਮਾਨ ਹੈ ਤੇ ਅੱਲਾਹੂ ਵੀ ਕਰ ਸਕਦੇ ਹੋ। ਸੋ ਇਬਾਦਤ ਕਰੋ, ਕਿਉਂ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ, ਕਿਸੇ ਦੀ ਕੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ। ਇਬਾਦਤ ਕਰ, ਸੋ ਉਹਦੇ ਨਾਲ ਜੁੜੇ ਰਹੀਏ ਤਾਂ ਕਿ ਅੰਦਰ ਆਪਾਂ ਸਟਰੋਂਗ ਰਹੀਏ। ਜਦੋਂ ਨਾ ਸਾਡਾ ਮਨ ਸਟਰੋਂਗ ਹੈ, ਸਾਡਾ ਇਮਿਊਨ ਸਿਸਟਮ ਹੋਰ ਸਟਰੋਂਗ ਹੋ ਜਾਂਦਾ। ਸੋ ਫਿਜ਼ੀਕਲ ਐਕਟੀਵਿਟੀ ਜ਼ਰੂਰ 1 ਘੰਟੇ ਦੀ ਰੱਖੋ, ਮਨ ਨੂੰ ਸਟਰੋਂਗ ਰੱਖੋ, ਨੀਂਦ ਠੀਕ ਰੱਖੋ, ਖਾਣਾ ਠੀਕ ਰੱਖੋ, ਪਰਉਪਕਾਰੀ ਬਿਰਤੀ ਰੱਖੋ ਔਰ ਪਰਮਾਤਮਾ ਦੇ ਭਉ ਦੇ ਵਿੱਚ, ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਉ। ਅਕਸਰ ਜਿਹੜੀ ਪ੍ਰੇਮ ਆ ਉਹੀ ਆ ਵੀ ਅੰਮ੍ਰਿਤ ਜਿਹੜਾ ਹੈਗਾ ਸਰੋਵਰ ਤੁਹਾਡੇ ਅੰਦਰ ਰੋਜ਼ ਤੁਸੀਂ ਇਕੱਠਾ ਕਰਨਾ, ਕਿਉਂਕਿ ਜਿਹੜੇ 5 ਜਿਹੜੇ ਚੋਰ ਆ ਉਹ ਤਾਂ ਰੋਜ਼ ਲੁੱਟ ਕੇ ਲੈ ਜਾਂਦੇ ਜਿਹੜਾ ਤੁਸੀਂ ਇਕੱਠਾ ਕਰਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਸੋ ਰੋਜ਼ ਜਿਹੜਾ ਬਾਟਾ ਅੰਮ੍ਰਿਤ ਦਾ ਉਹ ਆਪ ਅੰਦਰ ਅਸੀਂ ਸਰਜੀਵ ਕਰੀਏ ਤੇ ਲੋਕ ਸੁਖੀ ਹੈ ਪਰ ਲੋਕ ਸੁਹੇਲੇ। ਫਿਰ ਅਗਲੇ ਮੁਲਾਕਾਤ ਤੁਹਾਡੀ ਜਦੋਂ ਤੁਸੀਂ ਹੋਕਾ ਦਿਓਗੇ ਤੁਹਾਡੇ ਨਾਲ ਸਾਂਝਾ ਕਰਾਂਗੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਜੀ। ਦੋਸਤੋ ਅਸੀਂ ਗੱਲਬਾਤ ਕੀਤੀ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ। ਬਹੁਤ ਚੰਗੀ ਗੱਲ ਆ ਕਿ ਕੋਵਿਡ-19 ਦੀ ਦਵਾਈ ਆ ਰਹੀ ਹੈ, ਗੋਲੀ ਆ ਰਹੀ ਹੈ, ਟੈਬਲੇਟ ਆ ਰਹੀ ਹੈ ਜਿਹੜੀ ਇਹਦੇ ਤੋਂ ਬਚਾ ਦੇਊਗੀ। ਤੇ ਇਹਦੇ ਨਾਲ ਹੀ ਖਾਸ ਖਿਆਲ ਰੱਖਣ ਦੀ ਲੋੜ ਆ, ਕਿਉਂਕਿ ਇਸ ਵਿੰਟਰ ਦੇ ਵਿੱਚ ਵਾਰਨਿੰਗ ਦਿੱਤੀ ਜਾ ਰਹੀ ਹੈ ਕਿ ਕੋਵਿਡ ਦੇ ਨਾਲ ਫਲੂ ਬਹੁਤ ਜ਼ਿਆਦਾ ਹੋ ਸਕਦਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਮੁਲਾਕਾਤ ਹੋਏਗੀ ਇੱਕ ਨਵੀਂ ਸ਼ਖਸੀਅਤ ਦੇ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।